फिर तो एकजुट ने क्योंकि केंद्र सरकार कोल ते जिहड़ी लगाम है उन्होंने कोल है, इधरों चुक के उधर कर देन। फिर तो नौजवान पीढ़ी खास तौर पर मैंने चिंता है इस गल की, अगर कितने राष्ट्रपति शासन लागू हो गया बड़ी माड़ी गल होएगी। और दूजा चंडीगढ़ से प्रभाव पैन वाला MLA ਨੂੰ शिकायत ਹੁਣ ਤਾਂ ਹੋ ਜਾਂਦੀ ਹੈ, ਉਸ ਸਮੇਂ ਫਿਰ शिकायत किद्दां होएगी, किहनूं शिकायत की जाएगी? केंद्र का सीधा ही दखलअंदाजी केंद्र की होएगी। देखिया 84 के बाद संताप भी भोग चुके, कई पुलिस अफसर ने खुदकशियां भी की, बहुत कुछ होया। तो फिर जे आ गई तो फिर तो फौज में जे सद्दा दिता जाता फिर तो होर ही माड़ी गल होएगी। फिर देखिया नहीं असी 84 देखिया ਧਰਨੇ ਲੱਗਦੇ ਪਏ ਨੇ ਪੰਜਾਬ ਦੇ ਵਿੱਚ, ਕੀ ਉਸ ਸਮੇਂ ਪ੍ਰੋਟੈਸਟ ਜਾਂ ਧਰਨੇ ਲੱਗਣਗੇ? फिर धरने धुरने तो देखो दे जाओ उन्होंने तो चक्कन वास्ते, वो तो फिर कोई पुछ के इतने है नहीं ना, कोई उत्थे MLA नहीं, कोई MP नहीं, कोई कुछ नहीं आएगा, विधायक नहीं, कुछ नहीं आएगा। उत्थे कौन आएगा? सारे आप अपनी जान बचाएंगे। फिर की करनगे? धरने जो लगते भी ने, प्रोटेस्ट होंगे भी ने, कोई सुनेगा कौन? मुंडे चक्के भी जाने ने, कोठरियाँ जी बंद होने ने, होर बहुत कुछ होएगा, अत्याचार भी होएगा, जुल्म भी होएगे कि भाई ये इस किस्म का इस पार्टी ਨਾਲ जुड़िया, ਇਹੋ ਜਿਹੀ ਅੰਦਰੂਨੀਆਂ ਗੱਲਾਂ ਵੀ ਹੋਣਗੀਆਂ। ਥੱਲੇ ਕਮੈਂਟ ਆ ਰਹੇ ਸੀ ਕਿ ਰਾਸ਼ਟਰਪਤੀ ਸ਼ਾਸਨ ਲੱਗ ਜਾਂਦਾ, ਗੱਲਬਾਤ ਹੁੰਦੀ ਹੈ ਕਾਨੂੰਨ ਦੇ ਖਿਲਾਫ ਤਾਂ ਕੀ ਗੋਲੀ ਦਾ ਆਰਡਰ ਹੁੰਦਾ ਉਹਨਾਂ ਨੂੰ? ਫਿਰ ਇਸ ਦਾ ਜਦੋਂ ਅਧਿਕਾਰ ਦੇ ਹੀ ਦਿੱਤੇ ਗਏ, ਜੇ ਨਹੀਂ ਤੇ ਫਿਰ ਅਖੀਰ ਤੇ ਕੋਈ ਉਹਨਾਂ ਪੁੱਛਣ ਵਾਲਾ ਨਹੀਂ, ਪੁੱਛਣਾ ਕਿੰਨੇ ਨੇ? ਗਵਰਨਰ ਐਡਮਿਨਿਸਟ੍ਰੇਟਰ ਹੈ, ਉਹਦੇ ਥੱਲੇ ਸਾਰੇ ਬਿਊਰੋਕਰੈਟ ਨੇ, ਪੁਲਿਸ ਹੈ। ਫਿਰ ਉਹ ਕਹਿ ਦੇਣਗੇ ਕਿਤੇ ਅੱਤਵਾਦੀ ਹੈ, ਫਿਰ ਨਸ਼ੇ ਸੀ ਇਹਦੇ ਕੋਲ, ਫਿਰ ਕੁਛ ਵੀ ਉਹ ਤੇ ਪਾ ਸਕਦੇ ਨੇ। ਸਾਨੂੰ ਪਤਾ कि जे गोली चलानी है तो वो पेट थले अखीर बाद पछताणगे सियासी पार्टियां। हुण एकजुट के फैसला करन कि किहड़े पासे चलना है। बाद कह देणगे राष्ट्रपति शासन लागू हो गया पंजाब दे विच, फिर तड़फणगे। हुण कर लैन गल जिहड़ी करनी है। तालमेल की घाट हैगी है दोनों पासों, ताड़ी दोनों पासों वजदी है, कोई शक नहीं। पर राजपाल की कंस्टिट्यूशनल पावर हैगियां ने ते वो पावर उस तरीके नाल इस्तेमाल कर सकता है। 50 किलोमीटर का जोड़ा साडा बॉर्डर, इंटरनेशनल बॉर्डर, वो अपने अधिकार हेठ लै लिया BSF के उत्ते, तो दे आर आल्सो अकाउंटेबल। फिर वो गुजरात तटवर्ती सीमा इलाके सब तो ज़्यादा नशे उत्थों भी आ रहे हैं। ਰਾਜਪਾਲ ਇੱਥੋਂ ਤੱਕ ਚਲੇ ਜਾਂਦੇ ਨੇ ਕਿ ਉਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਕਿਉਂ ਨਾ ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਜਾਵੇ, ਕਾਨੂੰਨੀ ਵਿਵਸਥਾ ਠੀਕ ਨਹੀਂ ਹੈ। ਭਗਵੰਤ ਮਾਨ ਕੋਲੋਂ ਪੰਜਾਬ ਦੇ ਵਿੱਚ ਜੋ ਵਿਵਸਥਾ ਹੈ ਉਹ ਠੀਕ ਨਹੀਂ ਹੋ ਰਹੀ। ਇਸ ਉੱਪਰ ਲਗਾਤਾਰ ਸਟੇਟਮੈਂਟ ਆਉਣ ਹੋ ਜਾਂਦੀਆਂ ਨੇ ਕਿ ਰਾਸ਼ਟਰਪਤੀ ਸ਼ਾਸਨ ਦੀ ਰਾਜਪਾਲ ਨੇ ਕਿਉਂ ਗੱਲ ਕੀਤੀ। ਦੋਨਾਂ ਦੀ ਲੜਾਈ ਵਿੱਚ ਕੀ ਪੰਜਾਬ ਨੂੰ, ਪੰਜਾਬੀਆਂ ਨੂੰ ਨੁਕਸਾਨ ਹੋ ਰਿਹਾ ਹੈ? ਪੰਜਾਬ ਦੇ ਲੋਕਾਂ ਨੇ ਤਾਂ ਰਾਸ਼ਟਰਪਤੀ ਸ਼ਾਸਨ ਮੰਗਿਆ ਨਹੀਂ ਹੋ, ਪੰਜਾਬ ਦੇ ਲੋਕਾਂ ਨੇ ਤਾਂ ਚੁਣ ਕੇ 92 MLA ਵਿਧਾਨ ਸਭਾ 'ਚ ਭੇਜੇ ਨੇ। ਫਿਰ ਇਹ ਮਾਰ ਪੰਜਾਬੀ ਕਿਉਂ ਚੱਲਣ ਕਿ ਦੋਨਾਂ ਦੀ ਆਪਸੀ ਨਿੱਜੀ ਲੜਾਈ ਦੇ ਕਾਰਨ ਪੰਜਾਬ ਜਾਂ ਪੰਜਾਬੀਆਂ ਨੂੰ ਕਿਉਂ ਰਾਸ਼ਟਰਪਤੀ ਸ਼ਾਸਨ ਵੱਲ ਧੱਕਣ ਵਾਸਤੇ ਗੱਲਾਂ ਹੋ ਰਹੀਆਂ ਨੇ। ਰਾਸ਼ਟਰਪਤੀ ਸ਼ਾਸਨ ਕੀ ਹੁੰਦਾ, ਇਸ ਉੱਪਰ ਚਰਚਾ ਕਰਾਂਗੇ। ਸਾਡੇ ਨਾਲ ਮੌਜੂਦ ਨੇ ਬ੍ਰਿਗੇਡੀਅਰ ਕੁਲਦੀਪ ਸਿੰਘ, ਰਿਟਾਇਰ ਨੇ, ਤਜਰਬਾ ਕਾਫੀ ਇਹਨਾਂ ਨੂੰ, ਰਾਸ਼ਟਰਪਤੀ ਸ਼ਾਸਨ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਵੀ ਕਿੱਦਾਂ ਕੰਟਰੋਲ ਹੁੰਦਾ ਜਾਂ ਕਿਵੇਂ ਰਾਸ਼ਟਰਪਤੀ ਸ਼ਾਸਨ ਦੇ ਵਿੱਚ ਆਮ ਲੋਕਾਂ 'ਤੇ ਬੀਤਦੀ ਹੈ। ਚਰਚਾ ਕਰਾਂਗੇ ਬ੍ਰਿਗੇਡੀਅਰ ਕੁਲਦੀਪ ਸਿੰਘ ਦੇ ਨਾਲ। ਸਰ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਭਈਆ ਜੀ। ਸਰ ਪਿਛਲੇ ਕਈ ਮਹੀਨਿਆਂ ਤੋਂ ਇੱਕ ਤਾਣੀ ਉਲਝੀ ਹੋਈ ਹੈ ਰਾਜਪਾਲ ਤੇ ਭਗਵੰਤ ਮਾਨ ਦੇ ਵਿੱਚ। ਦੋਨਾਂ ਦੇ ਆਪਸੀ ਸ਼ਬਦੀਵਾਦ ਨੇ। ਰਾਸ਼ਟਰਪਤੀ ਦਾ ਸ਼ਾਸਨ ਲਗਾਉਣ ਲਈ ਕਹਿੰਦੇ ਨੇ ਰਾਜਪਾਲ, ਪਰ ਇਸ ਵਿੱਚ ਪੰਜਾਬ ਇਹ ਮਾਰ ਕਿਉਂ ਚੱਲੇ, ਪੰਜਾਬ ਰਾਸ਼ਟਰਪਤੀ ਸ਼ਾਸਨ ਵਾਲੇ ਪਾਸੇ ਕਿਉਂ ਜਾਵੇ? ਦੋਨਾਂ ਦੀ ਆਪਸੀ ਨਿੱਜੀ ਹੋਈ ਹੋ ਸਕਦੀ ਹੈ, ਪਰ ਪੰਜਾਬੀ ਨੂੰ ਇਸ ਵਿੱਚ ਕੀ ਫਾਇਦਾ? ਇਹ ਬਹੁਤ ਹੀ ਮੰਦਭਾਗਾ ਵਾਦ ਵਿਵਾਦ ਜਿਹੜਾ ਸ਼ੁਰੂ ਹੋਇਆ ਬਿਟਵੀਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਜੀ। ਉਹ ਕੁਛ ਇਹ ਇਸ ਕਿਸਮ ਦਾ ਵਾਦ ਵਿਵਾਦ ਪਹਿਲਾਂ ਕਦੀ ਨਹੀਂ ਸੀ ਹੋਇਆ। ठीक है, तालमेल की घाट हैगी है दोनों पासों, ताड़ी दोनों पासों वजदी है, कोई शक नहीं। पर राजपाल की कंस्टिट्यूशनल पावर हैगियां ने ते वो पावर उस तरीके नाल इस्तेमाल कर सकता है। तो मैं समझा जे 15 जे चिट्ठियां लिखियां ने, जे कोई एक्सप्लेनेशन मंगी है, जे 9 का जवाब आ गया, 6 का उन्होंने कहा, तो फिर वो 6 का भी जवाब आएगा। पता की गल है? गल है क्योंकि मैं हैड ऑफ डिपार्टमेंट पंजाब च भी रहा, UP च रहा। वो ਜਿਹੜੇ ਜਵਾਬ ਮੰਗੇ ਨੇ ਉਹ ਤਾਂ ਫਿਰ ਫਾਈਲਾਂ ਦੇ ਉੱਤੇ ਬਿਊਰੋਕਰੇਸੀ ਵੱਲੋਂ ਥੱਲੇ ਹੋ ਕੇ ਆਉਣੇ ਨੇ, ਅਤੇ ਟਾਈਮ ਤਾਂ ਲੱਗਦਾ ਹੀ ਹੈ। ਇਹ ਨਹੀਂ ਪਤਾ ਹੁਣ ਮੈਨੂੰ, ਉੱਥੇ ਮੈਂ ਤਾਂ ਕੋਈ ਸਰਕਾਰ ਦੇ ਵਿੱਚ ਹੈ ਨਹੀਂ, ਪਰ ਉਹ ਟਾਈਮ ਤਾਂ ਲੱਗਦਾ। ਪਰ ਇਹ ਮੁੱਦੇ ਜਿਹੜੇ ਨੇ ਵਾਦ ਵਿਵਾਦ ਜਿਹੜਾ ਆਪਸ ਬੈਠ ਕੇ ਸੁਲਝਾਇਆ ਜਾ ਸਕਦਾ। ਅਗਰ ਪੰਜਾਬ ਦੀ ਗੱਲ ਕੀਤੀ ਜਾਏ, ਮੈਂ ਦੱਸਣਾ ਚਾਹੁੰਦਾ ਕਿ ਇੱਥੇ ਜਨਰਲ ਰੌਡਰਿਕ ਸੀਗੇ ਜੋ ਗਵਰਨਰ, ਠੀਕ ਹੈ, ਕਾਂਗਰਸ ਪਾਰਟੀ, ਠੀਕ ਹੈ, ਕੋਈ ਸ਼ੱਕ ਨਹੀਂ। ਇੱਧਰ SAD ਸਰਕਾਰ, ਬਾਦਲ ਸਰਕਾਰ ਸੀਗੀ ਵਿੱਚ,
ਤੇ ਉਦੋਂ ਉਹ ਮੈਨੂੰ ਪਤਾ ਹੈ ਕਿ ਆ ਤੀਆਂ ਦਾ ਮਹੀਨਾ ਖਤਮ ਹੋਇਆ ਨਾ ਹਾਲੇ ਤੇ ਤੀਆਂ ਦਾ ਫੰਕਸ਼ਨ ਹੋਇਆ ਖਤਮ, ਤੇ ਉੱਥੇ ਮਿਸ ਸੁਰਿੰਦਰ ਬਾਦਲ ਉਹਨਾਂ ਨੇ ਜੀਨ ਰੋਡਰਿਕਸ ਉਹਨੂੰ ਬੁਲਾਇਆ ਘਰ ਇਹਦੇ ਫੰਕਸ਼ਨ ਵਾਸਤੇ। ਪੀਂਘਾਂ ਝੂਲਦੇ ਸੀ, ਇੱਥੇ ਤੇ ਪੇਚੇ ਪਏ ਨੇ, ਹੁਣ ਪੀਂਘਾਂ ਕਿਹੜੀਆਂ ਝੂਲਣੀਆਂ ਨੇ ਇਹਨਾਂ ਨੇ। ਇਹਦਾ ਪ੍ਰਭਾਵ ਉਹ ਪੰਜਾਬ ਤੇ ਉੱਤੇ ਪੈਣਾ ਸੁਭਾਵਿਕ ਹੋਏਗਾ, ਪੰਜਾਬ ਵਾਸੀਆਂ ਦੇ ਉੱਤੇ। ਦੇਖੋ ਇੱਕ ਗੱਲ ਠੀਕ ਹੈ, ਜੇ 6 ਬਿੱਲ ਭੇਜੇ ਨੇ, ਕਿੰਨੇ ਭੇਜੇ ਨੇ? ਪੰਜਾਬ ਵਿਧਾਨ ਸਭਾ ਜਿਹੜੀ ਹੈ ਉਹ ਪਾਸ ਕਰ ਸਕਦੀ ਹੈ। ਉਹਦੇ ਵਿੱਚ ਸਿਰਫ 92 ਆਮ ਆਦਮੀ ਪਾਰਟੀ ਨਾਲ ਗੱਲ ਕਰੀ 116 ਜਿੰਨੇ ਵੀ ਵਿਧਾਇਕ ਹੈਗੇ ਨੇ ਉਹਨੇ ਸੀਗੇ, ਉਹ ਪਾਸ ਹੋਇਆ। ਤੇ ਹੁਣ ਉਹ ਜੇ ਬਿੱਲ 6 ਬਿੱਲ ਉਹ ਕਹਿੰਦਾ 1.5 ਸਾਲ ਤੋਂ ਪਏ ਨੇ, ਤੇ ਜਿਹੜਾ ਸੰਵਿਧਾਨ ਦੀ ਧਾਰਾ 200 ਕਹਿੰਦੀ ਹੈ ਕਿ ਜਿਹੜਾ ਰਾਜਪਾਲ ਹੈ ਉਹਦੇ ਕੋਲ ਹੱਕ ਹਾਸਲ ਹੈਗਾ, ਉਹਦੀ ਪਾਵਰ ਹੈਗੀਆਂ ਨੇ ਕਿ ਬਿੱਲ ਨੂੰ ਪ੍ਰਵਾਨਗੀ ਦਿੰਦਾ ਹੈ, ਜੇ ਨਹੀਂ ਦਿੰਦਾ ਤੇ ਕਿਉਂ ਨਹੀਂ ਦਿੰਦਾ, ਪੈਂਡਿੰਗ ਰੱਖਿਆ ਨੇ। ਤੀਸਰੀ ਆਪਸ਼ਨ, ਦੋ ਹੋ ਗਈਆਂ, ਤੀਸਰੀ ਕਿ ਉਹ ਰਾਸ਼ਟਰਪਤੀ ਨੂੰ ਭੇਜ ਸਕਦਾ। ਹੁਣ ਜੇਕਰ ਉਹ ਲੰਬਤ ਪਏ ਨੇ, ਕੋਈ ਕਾਰਵਾਈ ਨਹੀਂ ਹੋ ਰਹੀ, ਫਿਰ ਤਾਂ ਮਾੜੀ ਗੱਲ, ਜਵਾਬ ਦੇ ਦੇਣ ਕਿ ਨਹੀਂ ਆਹ ਨੁਕਸੇ, ਉਹ ਵੀ ਗੱਲ ਠੀਕ ਹੈ। ਦੇਖੋ ਉਹਦਾ ਪੁਆਇੰਟ ਸਹੀ ਹੈ, ਜੇ ਉਹਨੇ ਜਵਾਬ ਨਹੀਂ ਦਿੱਤੇ ਤੇ ਉਹਦਾ ਵੀ ਗੱਲ ਪਾ ਐਕਸਪਲੇਨੇਸ਼ਨ ਉਹ ਦੇਗਾ, ਪਰ ਇੱਕ ਅੜ ਕੇ ਕੰਮ ਨਹੀਂ, ਦੋਵਾਂ ਦਾ ਆਪਸੀ ਮੇਲ ਮਿਲਾਪ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਹੁਣ ਅਗਰ ਇਹ ਸਥਿਤੀ ਆਉਂਦੀ ਹੈ ਕਿ ਇੱਕ ਕਿਸਮ ਦਾ ਇਹ ਵਾਰਨਿੰਗ ਹੈ, ਸਿੱਧੇ ਤੌਰ ਤੇ ਆਪ ਗਵਰਨਰ ਨੇ ਕਹਿ ਦਿੱਤਾ ਹੈ ਕਿ ਭਾਈ ਰਾਸ਼ਟਰਪਤੀ शासन रिकमेंड करना पड़ेगा, कानून व्यवस्था की गल की है, नशे की गल की है। वो कोई नशे जड़े ने, मैं जे दसा कोई अज कोई पैदा थोड़े होने तो शुरू हुए ने, तो पिछले मुख्यमंत्री भी कह गए थे सौं खा के मैं 2 मिनट खत्म कर दें कहने, ये तो बड़े चिर तो ने और पूरे देश भर च ने। सिर्फ पंजाब के सरहदी बॉर्डर तो आते हैं जी, कोई शक नहीं, ड्रोन भी आ रहे हैं, और ये तो सिंथैटिक नशे तो हरियाणा च भी बन रहे हैं, हिमाचल च भी आ रहे हैं, फिर वो गुजरात तटवर्ती सीमा इलाके सब तो ज़्यादा नशे उत्थों भी आ रहे हैं, तो नेपाल के रस्ते कई रस्ते है, कई चीज़ें। तो जदों केंद्र सरकार ने 50 किलोमीटर का जोड़ा साडा बॉर्डर, इंटरनेशनल बॉर्डर, वो अपने अधिकार हेठ लै लिया BSF के उत्ते, तो दे आर आल्सो अकाउंटेबल। सो मेरा मतलब है कानून व्यवस्था ठीक है, वो असैसमेंट उन्होंने अपनी होएगी, पर मैं कहना कि ये नतीजे जोड़े ने ठीक नहीं। ਅੱਛਾ ਸਰ, ਦੋਨਾਂ ਦੀ ਆਪਸੀ ਲੜਾਈ ਦੇ ਵਿੱਚ ਪੰਜਾਬੀਆਂ ਨੂੰ ਕਿਉਂ ਬਾਰ-ਬਾਰ ਇਹ ਯਾਦ ਕਰਵਾਇਆ ਜਾਂਦਾ ਕਿ ਰਾਸ਼ਟਰਪਤੀ ਸ਼ਾਸਨ ਲਾ ਦਾਂਗੇ? ਦੋਨਾਂ ਦੀ ਆਪਸੀ ਕੋਈ ਵੀ ਰੰਜਿਸ਼ ਹੋ ਸਕਦੀ ਹੈ, ਨਿੱਜੀ ਵੀ ਹੋ ਸਕਦੀ ਹੈ, ਸਿਆਸੀ ਵੀ ਹੋ ਸਕਦੀ ਹੈ। ਆਮ ਆਦਮੀ ਪਾਰਟੀ ਦੇ CM ਸਾਹਿਬ ਨੇ, ਦੂਸਰੇ ਪਾਸੇ ਰਾਜਪਾਲ ਜੋ ਨੇ, ਇਹਨਾਂ ਦੀ ਆਪਸੀ ਰੰਜਿਸ਼ ਕਰਕੇ ਪੰਜਾਬੀਆਂ ਨੂੰ ਫਿਰ ਕਿਉਂ ਨੁਕਸਾਨ ਝੱਲਣਾ ਪਵੇ? ਮੈਂ ਵਿਜੇ ਜੀ ਇਸ ਤੁਹਾਡੇ ਸੰਦਰਭ 'ਚ ਇਸ ਸਵਾਲ ਦੇ ਸੰਦਰਭ 'ਚ ਦੱਸਣਾ ਚਾਹੁੰਦਾ ਕਿ ਮੈਂ UP 'ਚ ਹੈਡ ਆਫ ਦੀ ਡਿਪਾਰਟਮੈਂਟ ਸੀਗਾ, ਹੈਡ ਆਫ ਡਿਪਾਰਟਮੈਂਟ ਫੁੱਲ ਪਾਸ ਲਾਈਕ ਐਨੀ ਬਿਊਰੋਕਰੈਟ ਐਜ਼ ਏ ਡਿਪਟੀ ਡਾਇਰੈਕਟਰ ਜਨਰਲ ਐਨਸੀ। ਉਦੋਂ ਰਾਸ਼ਟਰਪਤੀ ਮਾਇਆਵਤੀ ਸਰਕਾਰ ਨੂੰ 2 ਵਾਰੀ ਰਾਸ਼ਟਰਪਤੀ ਸ਼ਾਸਨ ਸੀਗਾ, ਅਤੇ ਮੈਨੂੰ ਪਤਾ ਹੈ ਕਿ ਉਸ ਵੇਲੇ ਮੋਤੀ ਲਾਲ ਵੋਰਾ ਗਵਰਨਰ ਸੀਗੇ, ਫਿਰ ਰਮੇਸ਼ ਭੰਡਾਰੀ, ਮੈਂ 2 ਗਵਰਨਰ ਨਾਲ ਉੱਥੇ ਕੰਮ ਕੀਤਾ, ਕਦੇ ਵੀ ਉਹ ਦੋਨੇ ਕਾਂਗਰਸ ਦੇ ਸੀਗੇ। ਅਤੇ ਦੂਜੀ ਸਰਕਾਰ ਜਿਹੜੀ ਸੀ ਤੁਹਾਨੂੰ ਪਤਾ ਮਾਇਆਵਤੀ ਸਰਕਾਰ ਜਾਂ ਕੋਈ ਵੀ ਬਾਕੀ ਵੀ ਉੱਥੇ ਸਮਾਜਵਾਦੀ ਪਾਰਟੀ ਵੀ ਸੀਗੀ, ਮਗਰ ਕਦੇ ਵੀ ਇਸ ਕਿਸਮ ਦਾ ਮੈਂ ਤਲਖੀ ਨਹੀਂ ਦੇਖੀ, ਕਿਉਂਕਿ ਇਹ ਤੇ ਗੱਲ ਬਹੁਤ ਮਾੜੀ ਉੱਥੇ ਉਹ ਕਰਦੇ, ਕਦੇ ਵੀ ਉਹਨਾਂ ਨੇ ਵਿਤਕਰਾ ਨਹੀਂ ਕੀਤਾ। ਮੈਂ ਬੜੀ ਨਜ਼ਦੀਕੀ ਤੋਂ ਉਹਨਾਂ ਨੂੰ ਦੇਖਿਆ, ਤਾਂ ਇਹ ਜਿਹੜੀ ਗੱਲ UP ਅਨਡਿਵਾਈਡਡ UP ਦੇ ਵਿੱਚ ਕਿ ਇਹ ਕਦੀ ਨਹੀਂ ਹੋਇਆ। ਜੇ ਬਾਕੀ ਵੀ ਸੂਬਿਆਂ 'ਚ ਅਗਰ ਇਹ ਆਵਾਜ਼ ਉੱਠ ਰਹੀ ਹੈ ਤਾਂ ਫਿਰ ਮਾੜੀ ਗੱਲ ਹੈ। ਅਤੇ ਫਿਰ ਦੇਖੋ ਹੁਣ ਜੋ ਕੁਛ ਮਣੀਪੁਰ 'ਚ ਹੋ ਰਿਹਾ, ਬਾਰ-ਬਾਰ ਉੱਥੇ ਪ੍ਰਸ਼ਾਸਨ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਅਤੇ ਹਰਿਆਣਾ 'ਚ ਵੀ ਕੁਝ ਬਹੁਤ ਕੁਛ ਹੋ ਰਿਹਾ। ਸੋ ਬਾਕੀ ਸੂਬਿਆਂ 'ਚ ਜਿੱਥੇ ਜਿੱਥੇ ਨਾਨ BJP ਗੌਰਮੈਂਟ ਹੈਗੀ ਹੈ, ਇਟਸ ਅਨਫਾਰਚੂਨੇਟ ਇਸ ਕਿਸਮ ਦਾ ਐਟੀਟਿਊਡ ਰੱਖਣਾ, ਉਹਦਾ ਪ੍ਰਭਾਵ ਆਪਣਾ ਸੰਤਾਪ ਸਾਡੇ ਨੌਜਵਾਨ ਪੀੜ੍ਹੀ ਪੂਰੇ ਪੰਜਾਬੀ ਭੁਗਤ ਚੁੱਕੇ ਨੇ। ਕਈ ਵਾਰੀ ਰਾਸ਼ਟਰਪਤੀ ਸ਼ਾਸਨ ਲਾਗੂ ਹੋਇਆ ਔਰ ਉਹਦਾ ਨੁਕਸਾਨ ਨੌਜਵਾਨ ਪੀੜ੍ਹੀ ਪਹਿਲਾਂ ਹੀ ਭੱਜੀ ਜਾ ਰਹੀ ਹੈ, ਨਸ਼ਿਆਂ ਵੱਲ ਹੀ ਭੱਜ ਰਹੇ ਨੇ, ਅਤੇ ਉਹ ਤਾਂ ਫਿਲਹਾਲ ਤਾਂ ਇੱਕ ਪ੍ਰਸ਼ਾਸਕ, ਇੱਕ ਜਿਹੜਾ ਐਡਮਿਨਿਸਟ੍ਰੇਟਰ ਹੈ ਉਹਦਾ ਹੋਏਗਾ, ਔਰ ਉਹ ਤਾਂ ਹੋ ਗਿਆ ਉਹਨਾਂ 'ਤੇ ਪ੍ਰਭਾਵ, ਬਾਹਰ ਜਾ ਰਹੇ ਨੇ ਠੀਕ, ਨਸ਼ੇ ਵੱਧ ਰਹੇ ਨੇ, ਮਗਰ ਉਸ ਵੇਲੇ ਕਿਸੇ ਦੀ ਪੁੱਛ-ਗਿੱਛ ਨਹੀਂ। ਹੁਣ ਤਾਂ 92 ਵਿਧਾਇਕ ਇਹਨਾਂ ਦੇ ਨੇ, ਅਤੇ ਬਾਕੀ ਵੀ ਹੈਗੇ ਨੇ, ਦੇ ਆਰ ਅਕਾਊਂਟੇਬਲ, ਜਵਾਬਦੇਹ ਹੈਗੇ ਨੇ ਆਪਣੀ ਜਨਤਾ ਦੇ ਜਿਨ੍ਹਾਂ ਨੇ ਚੁਣ ਕੇ ਭੇਜਿਆ। ਦੇਖੋ 92 ਬੜੀ ਵੱਡੀ ਪਾਵਰ ਹੈਗੀ ਹੈ, ਅਤੇ ਉਹ ਕੀ ਜਵਾਬ ਦੇਣਗੇ?
ਇੱਥੇ ਫਿਰ ਕੀ ਹੋਏਗਾ, ਬਿਊਰੋਕ੍ਰੇਸੀ ਦਾ ਰਾਜ, ਜੋ ਬਿਊਰੋਕ੍ਰੇਸੀ ਦੋਨਾਂ ਪਾਸੇ ਭਾਵੇਂ ਵੰਡੀ, ਇੱਥੇ ਗਵਰਨਰ ਦੇ ਕੋਲ ਲੱਗ ਗਿਆ, ਉੱਥੇ ਆਵੇ ਫਿਰ ਤੇ ਇਕਜੁੱਟ ਨੇ, ਕਿਉਂਕਿ ਕੇਂਦਰ ਸਰਕਾਰ ਕੋਲ ਤੇ ਜਿਹੜੀ ਲਗਾਮ ਹੈ ਉਹਨਾਂ ਕੋਲ ਹੈ, ਇੱਧਰੋਂ ਚੁੱਕ ਕੇ ਉੱਧਰ ਕਰ ਦੇਣ। ਫਿਰ ਤੇ ਨੌਜਵਾਨ ਪੀੜ੍ਹੀ ਖਾਸ ਤੌਰ 'ਤੇ ਮੈਨੂੰ ਚਿੰਤਾ ਹੈ ਇਸ ਗੱਲ ਦੀ, ਅਗਰ ਕਿਤੇ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਗਿਆ ਬੜੀ ਮਾੜੀ ਗੱਲ ਹੋਏਗੀ। ਉਹ ਦੂਜਾ ਚੰਡੀਗੜ੍ਹ 'ਤੇ ਪ੍ਰਭਾਵ ਪੈਣ ਵਾਲਾ, ਚੰਡੀਗੜ੍ਹ ਸਾਡਾ ਪੰਜਾਬ ਦਾ ਇੱਕ ਕੈਪੀਟਲ ਹੈ। ਮੈਂ ਦੱਸਣਾ ਚਾਹੁੰਦਾ, ਹੁਣ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਇੱਕ ਪੁਆਇੰਟ ਬੜਾ ਚੱਲਿਆ ਕਿ ਹਰਿਆਣਾ ਆਪਣੇ ਤੌਰ 'ਤੇ ਖਿੱਚੀ, ਫਿਰ ਉਹ SSP ਨੂੰ ਪਤਾ ਲੱਗਿਆ, ਮੈਨੂੰ ਰਾਤੋਂ ਰਾਤ ਬਦਲ ਦਿੱਤਾ ਚੰਡੀਗੜ੍ਹ, ਉਹ ਪੰਜਾਬ ਕਾਡਰ ਦਾ। ਦੇਖੋ ਇਹੋ ਜਿਹੀਆਂ ਗੱਲਾਂ ਹੁਣ ਕਿਉਂ ਬਦਲਦਾ ਹੈ, ਪ੍ਰਸ਼ਾਸਕ ਐਡਮਿਨਿਸਟ੍ਰੇਟਰ ਆਲਸੋ, ਫਿਰ ਗਵਰਨਰ ਵੀ ਨਾਲ, ਜਦ ਫਿਰ ਰਾਸ਼ਟਰਪਤੀ ਰਾਸ਼ਨ ਲੱਗਾ, ਫਿਰ ਇੱਕ ਪੰਜਾਬ ਦੇਖੋ ਹੁਣ ਜਿਹੜੇ ਚੰਡੀਗੜ੍ਹ 'ਚ ਹੁਣ ਕਹਿੰਦੇ ਨੇ ਕੋਈ ਮੇਰਾ ਖਿਆਲ 10-15 ਏਕੜ ਜ਼ਮੀਨ ਜਿਹੜੀ ਹੈ ਉਹ ਐਕਸਚੇਂਜ ਹਰਿਆਣਾ ਨੂੰ ਦੇਣੀ ਹੈ, 10 ਏਕੜ ਦੀ ਜਗ੍ਹਾ ਦੂਜੀ ਲੈਣੀ ਹੈ, ਫਿਰ ਤਾਂ ਕੰਮ ਸਹੀ ਹੋ ਜਾਏਗਾ। ਫਿਰ ਤਾਂ ਚੰਡੀਗੜ੍ਹ ਵਾਸੀਆਂ ਨੂੰ ਵੀ ਇਸ ਬਾਰੇ ਸੋਚਣਾ ਪਏਗਾ। ਚੰਡੀਗੜ੍ਹ ਵਾਸੀ ਤਾਂ ਵਿਚਾਰੇ ਸੁੱਤੇ ਪੈਣ, ਠੀਕ ਹੈ, ਇੱਧਰ ਵੀ ਠੀਕ ਹੈ, ਉੱਧਰ ਵੀ ਠੀਕ ਹੈ, ਪਰ ਪੰਜਾਬੀਆਂ ਦਾ ਨੁਕਸਾਨ ਤੇ ਪੰਜਾਬੀਅਤ ਹੈ, ਪੰਜਾਬੀਆਂ ਦੀ ਆਪਣੀ ਰਿਪਰੈਜ਼ੈਂਟੇਸ਼ਨ ਹੈ। ਤਾਂ ਫਿਰ ਚਾਰਾਂ ਤੇ ਕਿੱਥੇ ਵੇ ਨਿਆਂਪਾਲਿਕਾ, ਜਿਹਦੀ ਕਿ ਸਭ ਤੋਂ ਵੱਡੀ ਅਹਿਮੀਅਤ ਇਸ ਵੇਲੇ ਜੇ ਪੂਰੇ ਦੇਸ਼ ਭਰ 'ਚ ਨੰਬਰ 1 ਤੇ ਜੇ ਕੋਈ ਜਨਤਾ ਜਿਹੜੀ ਕੋਈ ਉਹ ਜਿਨ੍ਹਾਂ ਦੇ ਮਨ 'ਚ ਸਤਿਕਾਰ ਹੈਗਾ, ਜਿਨ੍ਹਾਂ ਦੇ ਮਨ 'ਚ ਉਹ ਵਿਸ਼ਵਾਸ ਹੈਗਾ, ਉਹ ਹੈ ਨਿਆਂਪਾਲਿਕਾ ਖਾਸ ਤੌਰ 'ਤੇ। ਅੱਛਾ ਸਰ, ਜੇ ਰਾਸ਼ਟਰਪਤੀ ਸ਼ਾਸਨ ਲੱਗ ਜਾਂਦਾ ਪੰਜਾਬ ਦੇ ਵਿੱਚ, ਆਪਾਂ ਜੇ ਪਿਛਲੇ ਦੌਰ ਦੀ ਗੱਲ ਕਰੀਏ, ਬੜੇ ਔਖੇ ਤਰੀਕੇ ਨਾਲ ਪੰਜਾਬ ਉਸ ਵਿੱਚੋਂ ਨਿਕਲ ਪਾਇਆ। ਜੇ ਰਾਸ਼ਟਰਪਤੀ ਸ਼ਾਸਨ ਲੱਗ ਜਾਂਦਾ ਤਾਂ ਫਿਰ ਡਾਇਰੈਕਟ ਕੀ ਕੇਂਦਰ ਦਾ ਕਬਜ਼ਾ ਹੋ ਜਾਊਗਾ ਇੱਥੇ, ਕਿ ਫੌਜ ਆ ਜਾਊਗੀ, ਉਹਦੇ ਕਿਸ ਤਰੀਕੇ ਦੀਆਂ ਸਹੂਲਤਾਂ ਹੋਣਗੀਆਂ? ਜੇ ਕਿਸੇ ਨੇ ਕੁਝ MLA ਨੂੰ ਸ਼ਿਕਾਇਤ ਹੁਣ ਤਾਂ ਹੋ ਜਾਂਦੀ ਹੈ, ਉਸ ਸਮੇਂ ਫਿਰ ਸ਼ਿਕਾਇਤ ਕਿੱਦਾਂ ਹੋਏਗੀ, ਕਿਹਨੂੰ ਸ਼ਿਕਾਇਤ ਕੀਤੀ ਜਾਏਗੀ? ਬਹੁਤ ਵਧੀਆ ਸਵਾਲ ਕੀਤਾ ਤੁਸੀਂ ਵਿਜੇ ਜੀ, ਕਿ ਉਸ ਵੇਲੇ ਫਿਰ ਜਿਹੜਾ ਜਦੋਂ ਤੇ ਕੇਂਦਰ ਦਾ ਸਿੱਧਾ ਹੀ ਦਖਲਅੰਦਾਜ਼ੀ ਕੇਂਦਰ ਦੀ ਹੋਏਗੀ, ਕਿਉਂ ਕੇਂਦਰ ਰਾਸ਼ਟਰਪਤੀ ਸ਼ਾਸਨ ਬਦਲ ਕੇ ਅੰਡਰ ਪ੍ਰੈਜ਼ੀਡੈਂਟ ਆਫ ਇੰਡੀਆ, ਬਟ ਇਟ ਹੈਜ਼ ਟੂ ਬੀ ਥਰੂ ਦੀ ਕੈਬਨਿਟ। ਕੌਣ ਸੀ ਕੈਬਨਿਟ? ਭਾਰਤ ਸਰਕਾਰ ਦੀ ਕੈਬਨਿਟ। ਪੰਜਾਬ ਸਰਕਾਰ ਦੀ ਖਤਮ, ਪੰਜਾਬ ਸਰਕਾਰ ਦੀ ਕਦੇ ਕੁਛ ਰਹਿ ਜਾਣਾ ਕੁਛ, ਫਿਰ ਤਾਂ ਬਿਊਰੋਕ੍ਰੈਟਿਕ ਹੈ। ਫਿਰ ਇਸ ਜੇ ਕਿਤੇ ਹੋ ਗਿਆ, ਮੇਰੀ ਗੱਲ ਯਾਦ ਰੱਖਣਾ, ਤੇ ਉਹਦਾ ਪ੍ਰਭਾਵ ਨੌਜਵਾਨ ਮੈਂ ਦੱਸ ਹੀ ਚੁੱਕਿਆ। ਪਰ ਸਭ ਤੋਂ ਵੱਡੀ ਗੱਲ ਜੇ ਇਹ ਹੋਏਗੀ ਕਿ ਸਾਂਭਣਾ ਬੜਾ ਮੁਸ਼ਕਲ ਹੋ ਜਾਣਾ। ਇਸ ਵੇਲੇ ਜਿਸ ਤਰੀਕੇ ਨਾਲ ਲੋਕਾਂ ਦੇ ਅੰਦਰ ਵੀ ਉਹ ਖਾਸ ਤੌਰ 'ਤੇ ਆਮ ਆਦਮੀ ਪਾਰਟੀ ਇਸ ਗੱਲ ਦੀ ਚਿੰਤਕ ਹੈ ਕਿ ਇਹ ਸ਼ਾਸਨ ਲਾਗੂ ਹੋ ਗਿਆ, ਤੇ ਪਰ ਮੈਂ ਕਹਿੰਦਾ ਫਿਰ ਕੀ ਹੋਏਗਾ। ਇੱਕ ਗੱਲ ਤੁਸੀਂ ਕਹੀ ਸੀ ਕਿ ਫੌਜ ਫਿਰ ਬਾਅਦ ਜਦੋਂ ਇਹਨਾਂ ਦੇ ਪ੍ਰਸ਼ਾਸਨ ਦੇ ਗੱਲ ਵੱਸ ਨਹੀਂ ਰਹੇਗੀ, ਕਿਉਂਕਿ ਪੁਲਿਸ ਸਾਰੀ ਇੱਕ ਪਾਸੇ ਨਹੀਂ ਹੁੰਦੀ, ਠੀਕ ਹੈ ਨਾ, ਇੱਕ ਪਾਸੇ ਉਹਨਾਂ ਨੇ ਕਈ ਚੰਗੇ ਵੀ ਹੁੰਦੇ ਨੇ ਕਿ ਮਾੜੇ ਵੀ ਹੈਗੇ ਨੇ, ਉੱਧਰ ਗਏ ਨੇ। ਫਿਰ ਪਿਛਲੀ ਵਾਰੀ ਦੇਖਿਆ 84 ਤੋਂ ਬਾਅਦ ਸੰਤਾਪ ਵੀ ਭੋਗ ਚੁੱਕੇ, ਕਈਆਂ ਪੁਲਿਸ ਅਫਸਰਾਂ ਨੇ ਖੁਦਕਸ਼ੀਆਂ ਵੀ ਕੀਤੀਆਂ, ਬਹੁਤ ਕੁਛ ਹੋਇਆ। ਤੇ ਫਿਰ ਜੇ ਆ ਗਈ ਤੇ ਫਿਰ ਤੇ ਫੌਜ ਨੂੰ ਜੇ ਸੱਦਾ ਦਿੱਤਾ ਜਾਂਦਾ, ਫਿਰ ਤਾਂ ਹੋਰ ਹੀ ਮਾੜੀ ਗੱਲ ਹੋਏਗੀ। ਫਿਰ ਦੇਖਿਆ ਨਹੀਂ ਅਸੀਂ 84 ਦੇਖਿਆ, ਆਪਾਂ ਹੁਣ ਇੰਨਾ ਚਿਰ ਨੌਕਰੀ ਕੀਤੀ ਹੈ, ਮੈਂ ਤੁਹਾਨੂੰ ਹੁਣ ਦੱਸ ਕੇ ਹਟਿਆ, UP 'ਚ ਵੀ, ਉੱਥੇ ਵੀ, ਬਾਕੀ ਸਰਦੀ ਇਲਾਕਿਆਂ 'ਚ ਵੀ। ਫਿਰ ਤੇ ਹੋਰ ਮਾੜੀ ਗੱਲ ਵੀ ਹੋਏਗੀ ਜੇ ਸਾਂਭਿਆ ਨਾ ਗਿਆ ਹੈ। ਇਸ ਵਾਸਤੇ ਦੋਵਾਂ ਧਿਰਾਂ ਨੂੰ ਚਾਹੀਦਾ ਮਿਲ ਜੁਲ ਕੇ ਆਪਣਾ ਜਿਹੜੇ ਡਿਫਰੈਂਸਿਸ ਇਹਨਾਂ ਨੂੰ ਰਿਜ਼ੋਲਵ ਕਰਨ, ਤੇ ਗਵਰਨਰ ਵੀ ਤੇ ਸੈਟੀਸਫਾਈ ਕਰਨਾ ਜ਼ਰੂਰੀ ਹੈ। ਅੱਛਾ ਸਰ, ਧਰਨੇ ਲੱਗਦੇ ਪਏ ਨੇ ਪੰਜਾਬ ਦੇ ਵਿੱਚ, ਕੀ ਉਸ ਸਮੇਂ ਪ੍ਰੋਟੈਸਟ ਜਾਂ ਧਰਨੇ ਲੱਗਣਗੇ? ਲੱਗਣੇ ਦੇਣੇ ਲੱਗਣਗੇ, ਤੇ ਉਹ ਤੇ ਦੇਖੋ ਆਵਾਜ਼ ਪਿਛਲੀ ਵਾਰੀ ਕੀ ਹੋਇਆ ਸੀ, ਕਈ ਵਾਰੀ ਹੋਇਆ, 3-4 ਵਾਰੀ ਤੇ ਉਹ ਲੱਗੇ ਚੁੱਕਾ ਹੈ ਪੰਜਾਬ 'ਚ। ਫਿਰ ਧਰਨੇ ਧੁਰਨੇ ਤੇ ਦੇਖੋ ਦੇ ਜਾਓ ਉਹਨਾਂ ਨੂੰ ਤੇ ਚੱਕਣ ਵਾਸਤੇ, ਉਹ ਤੇ ਫਿਰ ਕੋਈ ਪੁੱਛ ਕੇ ਇੱਥੇ ਹੈ ਨਹੀਂ ਨਾ, ਕੋਈ ਉੱਥੇ MLA ਨਹੀਂ, ਕੋਈ MP ਨਹੀਂ, ਕੋਈ ਕੁਛ ਨਹੀਂ ਆਏਗਾ, ਵਿਧਾਇਕ ਨਹੀਂ, ਕੁਛ ਨਹੀਂ ਆਏਗਾ। ਉੱਥੇ ਕੌਣ ਆਏਗਾ? ਸਾਰੇ ਆਪੋ ਆਪਣੀ ਜਾਨ ਬਚਾਉਣਗੇ। ਫਿਰ ਕੀ ਕਰਨਗੇ? ਧਰਨੇ ਜੇ ਲੱਗਦੇ ਵੀ ਨੇ, ਪ੍ਰੋਟੈਸਟ ਹੁੰਦੇ ਵੀ ਨੇ, ਕੋਈ ਸੁਣੇਗਾ ਕੌਣ? ਫਿਰ ਤੇ ਉਹ ਦੇਖੋ ਉਸ ਵੇਲੇ ਤੇ ਕਾਨੂੰਨ ਵਿਵਸਥਾ ਨੂੰ ਕਹਿਣ ਕੇ ਬਹਾਲ ਕਰਨ ਵਾਸਤੇ ਇਹਨਾਂ ਸਭ ਕੁਝ ਕਰਨਾ, ਮੁੰਡੇ ਚੱਕੇ ਵੀ ਜਾਣੇ ਨੇ, ਕੋਠੀਆਂ ਜੀ ਬੰਦ ਹੋਣੇ ਨੇ, ਹੋਰ ਬਹੁਤ ਕੁਝ ਹੋਏਗਾ, ਅਤਿਆਚਾਰ ਵੀ ਹੋਏਗਾ, ਜ਼ੁਲਮ ਵੀ ਹੋਏਗੇ ਕਿ ਭਾਈ ਇਹ ਇਸ ਕਿਸਮ ਦਾ ਇਸ ਪਾਰਟੀ ਨਾਲ ਜੁੜਿਆ, ਇਹੋ ਜਿਹੀ ਅੰਦਰੂਨੀਆਂ ਗੱਲਾਂ ਵੀ ਹੋਣਗੀਆਂ। ਇਸ ਵਾਸਤੇ ਮੈਂ ਨਹੀਂ ਸਮਝਦਾ ਕਿ ਇਹ ਦੇਸ਼ ਦੇ ਹਿੱਤ ਵਿੱਚ ਵੀ ਹੋਏਗਾ। ਅਗਰ ਕਿਤੇ ਪੰਜਾਬ ਦੇ ਵਿੱਚ ਸਰਹੱਦੀ ਸੂਬਾ, ਵਾਈ ਡੋਂਟ ਦੇ ਅੰਡਰਸਟੈਂਡ, ਦੇ ਰਿਅਲਾਈਜ਼ ਦਿਸ, ਇਹਦਾ ਇੰਪੈਕਟ ਸਰਹੱਦੀ ਸੂਬਾ ਸਾਡਾ ਪੰਜਾਬ, ਇੱਥੇ ਪਹਿਲੋਂ ਹੀ ਬੜੀਆਂ ਪ੍ਰੋਬਲਮ ਨੇ। ਮੈਂ ਗੱਲ ਕਰ ਹੀ ਚੁੱਕਿਆ ਕਿ ਕਿਲੋਮੀਟਰ ਬਾੜ ਦੇ ਨਾਲ ਲੈ ਲਿਆ ਪਹਿਲਾਂ। ਸਰ ਇੱਕ ਹੋਰ ਵੀ ਬੜਾ ਸਵਾਲ ਹੁੰਦਾ, ਆਪਾਂ ਪਿਛਲੀ ਵਾਰ ਵੀ ਇੰਟਰਵਿਊ ਕੀਤਾ ਸੀ, ਥੱਲੇ ਕਮੈਂਟ ਆਦੇ ਸੀ ਕਿ ਰਾਸ਼ਟਰਪਤੀ ਸ਼ਾਸਨ ਲੱਗ ਜਾਂਦਾ, ਉਸ ਵਿੱਚ ਜੇ ਕੋਈ ਪ੍ਰੋਟੈਸਟ ਕਰਦਾ ਜਾਂ ਕੋਈ ਵੀ ਇਹੋ ਜਿਹੀ ਗੱਲਬਾਤ ਹੁੰਦੀ ਹੈ ਕਾਨੂੰਨ ਦੇ ਖਿਲਾਫ, ਤਾਂ ਕੀ ਗੋਲੀ ਦਾ ਆਰਡਰ ਹੁੰਦਾ ਉਹਨਾਂ ਨੂੰ? ਫੌਜ ਗੋਲੀ ਮਾਰ ਸਕਦੀ ਹੈ? ਦੇਖੋ ਐਜ਼ ਏ ਲਾਸਟ ਰਿਜ਼ਾਰਟ ਦੇਖੋ ਉਹ ਤੇ ਫਿਰ ਆਰਡਰ ਹੁੰਦੇ ਜਦੋਂ ਕਿਤੇ ਇੱਕ ਕਿਸਮ ਦਾ
ਜਿੱਦਾਂ ਕਿਹਾ ਜਾਂਦਾ ਪਾਕਿਸਤਾਨ ਮਾਰਸ਼ਲ ਲਾ ਲੱਗ ਜਾਂਦਾ ਨਾ। ਫਿਰ ਇਸ ਕਰ ਜਦੋਂ ਅਧਿਕਾਰ ਦੇ ਹੀ ਦਿੱਤੇ ਗਏ, ਜੇ ਨਹੀਂ ਤੇ ਫਿਰ ਅਖੀਰ ਤੇ ਕੋਈ ਉਹਨਾਂ ਪੁੱਛਣ ਵਾਲਾ ਨਹੀਂ। ਪੁੱਛਣਾ ਕਿੰਨੇ ਨੇ? ਗਵਰਨਰ ਐਡਮਿਨਿਸਟ੍ਰੇਟਰ ਹੈ, ਉਹਦੇ ਥੱਲੇ ਸਾਰੇ ਬਿਊਰੋਕਰੈਟ ਨੇ, ਪੁਲਿਸ ਹੈ। ਫਿਰ ਉਹ ਕਹਿ ਦੇਣਗੇ ਕਿਤੇ ਅੱਤਵਾਦੀ ਹੈ, ਫਿਰ ਇਹ ਨਸ਼ੇ ਸੀ ਇਹਦੇ ਕੋਲ, ਫਿਰ ਕੁਝ ਵੀ ਉਹ 'ਤੇ ਪਾ ਸਕਦੇ ਨੇ। ਉਹ ਤੇ ਫਿਰ ਕੇਸ ਪਾਉਣਾ ਹੁੰਦਾ ਹੈ। ਤਾਂ ਫਿਰ ਦੇਖੋ ਫੌਜ ਨੂੰ ਤੇ ਹਦਾਇਤਾਂ ਹੈਗੀਆਂ ਨੇ ਕਿ ਮਿਨੀਮਮ ਯੂਜ਼ ਆਫ ਦੀ ਫੋਰਸ। ਜੇ ਕਿਤੇ ਲਾਅ ਐਂਡ ਆਰਡਰ ਸਿਚੁਏਸ਼ਨ ਬਹਾਲ ਕਰਨ ਵਾਸਤੇ ਚਾਰਜ ਦਿੱਤਾ ਜਾਂਦਾ ਹੈ, ਉਹ ਸਾਨੂੰ ਪਤਾ ਹੈ ਕਿ ਜੇ ਗੋਲੀ ਚਲਾਉਣੀ ਹੈ ਤੇ ਤੂੰ ਉਹ ਪੇਟ ਤੋਂ ਥੱਲੇ ਅਖੀਰ ਮੈਂ ਤੇ ਆਪ ਨਾਲ ਕੀਤਾ ਇੱਕ ਲੈਫਟੀਨੈਂਟ ਆਨਵਰਡਸ ਉਸ ਸਮੇਂ ਅਨਡਿਵਾਈਡਡ ਬਿਹਾਰ, ਤੇ ਉੱਥੇ ਜਾ ਕੇ ਮੈਂ ਦੇਖਿਆ ਉਦੋਂ ਅਸੀਂ ਕੰਟਰੋਲ ਕੀਤੀ ਸਿਚੁਏਸ਼ਨ ਆਦੀਵਾਸੀ ਇਲਾਕੇ ਦੇ ਅੰਦਰ, ਤੇ ਛੱਤੀਸਗੜ੍ਹ ਕਹਿੰਦੇ ਹੁਣ ਮੈਂ ਕਹਿੰਦਾ ਕਿ ਉਹ ਹਦਾਇਤਾਂ ਬਿਲਕੁਲ ਕਲੀਅਰ ਨੇ। ਵਾਇਲੇਸ਼ਨ ਹੁੰਦੀ ਹੈ ਇਹ ਫਿਰ ਬਾਅਦ 'ਚ ਫੜਨਗੇ, ਜਿੱਦਾਂ ਮਣੀਪੁਰ 'ਚ ਹੋਇਆ। ਮਣੀਪੁਰ ਦੇ ਵਿੱਚ ਜਦੋਂ ਅਫਸਪਾ ਲਾਗੂ ਸੀਗਾ, ਉਦੋਂ ਦੇਖੋ ਫਿਰ ਜਦੋਂ ਫੌਜ ਨੂੰ ਦਿੱਤੀ ਗਈ ਹੈ ਪਾਵਰ, ਤੇ ਜੇ ਉਹਨਾਂ 'ਤੇ ਹਮਲੇ ਹੁੰਦੇ ਨੇ ਤੇ ਉਹ ਸੈਲਫ ਡਿਫੈਂਸ ਵਾਸਤੇ ਉਹ ਇਸਤੇਮਾਲ ਕਰਦੇ ਨੇ ਫਾਇਰ ਪਾਵਰ। ਉਹਦੇ ਜਦੋਂ ਪਲਟਨ ਚਲੀ ਗਈ ਤੇ ਕੇਸ ਦਰਜ ਹੋ ਗਏ, ਹਾਲੇ ਤੱਕ ਸੁਪਰੀਮ ਕੋਰਟ ਚੱਲ ਰਹੇ ਨੇ ਬੜੇ ਅਫਸਰਾਂ ਜਵਾਨਾਂ ਦੇ ਕਿ ਬਈ ਇਹਨਾਂ ਨੇ ਆਹ ਐਕਸੈਸਿਸ ਕੀਤੇ। ਹੁਣ ਦੇਖ ਲਓ ਤੁਸੀਂ ਮਣੀਪੁਰ ਦੀ ਗੱਲ ਸਿਰਫ ਇਸ ਤਰ੍ਹਾਂ ਕਰਾਂਗੇ, ਫੌਜ ਨੂੰ ਉੱਥੇ ਉਹ ਜਿਹੜਾ ਫੌਜ ਹੈਗੀ ਹੈ ਔਰਤਾਂ ਦੀ, ਉਹ ਕਹਿੰਦੀ ਤੁਹਾਡੇ ਆਇਡੈਂਟੀ ਕਾਰਡ ਚੈੱਕ ਕਰਕੇ ਤੁਹਾਨੂੰ ਜਾਣ ਦੇਣਾ। ਫੌਜ ਨੂੰ ਕੀ ਕਰ ਲੇਗੀ ਫੌਜ? ਗੋਲੀ ਥੋੜੀ ਚਲਾਏਗੀ। ਅੱਛਾ ਸਰ, ਹੁਣ ਮਾਨ ਸਾਹਿਬ ਨੇ ਕਿਹਾ ਕਿ ਮਣੀਪੁਰ ਤੇ ਹਰਿਆਣੇ ਵਿੱਚ ਕਿਉਂ ਨਹੀਂ ਰਾਸ਼ਟਰਪਤੀ ਸ਼ਾਸਨ ਲੱਗੇ, ਕਿਉਂਕਿ ਇੱਥੇ ਵੀ ਹਿੰਸਾ ਹੋਈ ਹੈ, ਪੰਜਾਬ 'ਚ ਕਿਉਂ ਲੱਗੇ? ਦੇਖੋ ਉਹ ਤੇ ਪੋਲੀਟੀਕਲ ਡਿਸੀਜਨ ਹੈ। ਉਹ ਕਹੇਗਾ ਗਵਰਨਰ ਮੈਨੇ ਰਿਕਮੈਂਡ ਨਹੀਂ ਕੀਤਾ, ਮਣੀਪੁਰ ਵਾਲੇ ਵੀ ਕਹੇਗਾ ਮੈਂ ਨਹੀਂ ਰਿਕਮੈਂਡ ਕੀਤਾ, ਹਰਿਆਣਾ ਕਹੇਗਾ ਮੈਂ ਨਹੀਂ ਕਰਤਾ, ਇਹ ਕਹਿੰਦਾ ਮੈਂ ਕੀਤਾ। ਤਾਂ ਗੱਲ ਤੇ ਉੱਥੇ ਚੱਲਣੀ ਹੈ ਨਾ। ਜੇ ਗਵਰਨਰ ਇੱਥੋਂ ਦਾ ਉੱਥੇ ਯੂ ਕਾਂਟ ਕੰਪੇਅਰ ਬਾਕੀ ਗਵਰਨਰ ਤਾਮਿਲਨਾਡੂ ਤੇ ਉੱਤਰਾਖੰਡ ਜਾਂ ਹੋਰ ਕਿਸੇ ਸੂਬੇ 'ਚ। ਉਹ ਕਹਿੰਦਾ ਉੱਥੋਂ ਦੇ ਆਫਟਰ ਆਲ ਰਾਸ਼ਟਰਪਤੀ ਸ਼ਾਸਨ ਤਾਂ ਹੀ ਲਾਗੂ ਹੋਏਗਾ ਜੇਕਰ ਥੱਲਿਓਂ ਸਿਫਾਰਿਸ਼ ਜਾਏਗੀ। ਸਿਫਾਰਿਸ਼ ਕਿਹਨੇ ਕਰਨੀ ਹੈ? ਗਵਰਨਰ ਨੇ। ਸਰਕਾਰ ਕਿਸੇ ਦੀ ਹੋਏ, ਬਹੁਜਨ ਸਮਾਜ ਪਾਰਟੀ ਦੇ ਹੋਏ, ਅਕਾਲੀ ਦਲ ਹੋਏ, ਕਾਂਗਰਸ ਹੋਏ, ਆਮ ਆਦਮੀ ਪਾਰਟੀ ਦੇ ਹੋਏ, ਤੇ ਇਹਨੇ ਜੇ ਇੱਕ ਰਿਕਮੈਂਡ ਕੀਤਾ ਹੈ ਤੇ ਬਾਕੀ ਨਹੀਂ ਕਰਦੇ ਤੇ ਫਿਰ ਉਹ ਕੰਪੇਅਰ ਤੇ ਨਹੀਂ ਨਾ ਕੀਤਾ ਜਾ ਸਕਦਾ। ਯੈਸ, ਆਰਗੂਮੈਂਟ ਤੌਰ ਤੇ ਮੈਂ ਕਹਿ ਵੀ ਚੁੱਕਿਆ, ਪਰ ਅਸਲ 'ਚ ਗੱਲ ਤੇ ਇੱਥੇ ਬਹਿਣੀ ਹੈ। ਇਸ ਵਾਸਤੇ ਸਾਰਾ ਦਾਰੋਮਦਾਰ ਕਸ਼ਮਕਸ਼ 2024 ਤੇ ਲੱਗੀ ਹੈ। ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਵਿਚਾਰਧਾਰਾ ਕਿ ਜਿਹੜੇ ਵਿਰੋਧੀ ਨੇ ਉਹਨਾਂ ਦੀ ਫੜੋ ਫੜਾਈ। ਦੇਖੋ ਅਗਰ ਕੋਈ ਭ੍ਰਿਸ਼ਟਾਚਾਰ 'ਚ ਕੋਈ ਵੀ ਕਰਦਾ, ਕਿਸੇ ਪਾਰਟੀ ਦਾ ਹੋਏ, ਆਮ ਆਦਮੀ ਪਾਰਟੀ ਦਾ ਹੋਏ, ਕਾਂਗਰਸ ਦਾ ਹੋਏ, ਕਿਸੇ ਦਾ ਵੀ, ਉਹਦੇ ਖਿਲਾਫ ਕਾਰਵਾਈ ਭਾਵੇਂ ਬੀਜੇਪੀ ਦਾ ਵੀ ਹੋ, ਕਿਸੇ ਦਾ ਹੋਏ, ਕਾਰਵਾਈ ਕਰਨੀ ਜ਼ਰੂਰੀ ਹੈ। ਭ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ, ਕੋਈ ਸ਼ੱਕ ਨਹੀਂ। ਇਸ ਵੇਲੇ ਹਾਲੇ ਵੀ ਭ੍ਰਿਸ਼ਟਾਚਾਰ ਸਿਰਫ ਪੰਜਾਬ 'ਚ ਨਹੀਂ, ਬਾਕੀ ਸੂਬਿਆਂ 'ਚ ਪੂਰੇ ਜਾਰੀ ਹੈ। ਅੱਛਾ ਸਰ, ਇੱਕ ਆਖਰੀ ਸਵਾਲ ਹੈ ਮੇਰਾ। ਜਦੋਂ ਰਾਸ਼ਟਰਪਤੀ ਸ਼ਾਸਨ ਦੀ ਗੱਲ ਹੁੰਦੀ ਹੈ, ਤੁਸੀਂ ਵੀ ਉਹ ਦੌਰ ਦੇਖਿਆ, 84 ਵਾਲਾ ਵੀ ਉਹ ਦੌਰ ਹੈਗਾ। ਜੇ ਰਾਸ਼ਟਰਪਤੀ ਸ਼ਾਸਨ ਪੰਜਾਬ ਵਿੱਚ ਲੱਗ ਜਾਂਦਾ, ਸਰਹੱਦੀ ਸੂਬਾ ਹੈਗਾ, ਬਾਕੀ ਸੂਬਿਆਂ ਵਿੱਚ ਵੀ ਆਪਾਂ ਨੂੰ ਪਤਾ ਵੀ ਰਾਸ਼ਟਰਪਤੀ ਸ਼ਾਸਨ ਕਿਤੇ ਲੱਗੇ ਹੋਏ ਲੱਗ ਚੁੱਕੇ ਨੇ, ਕਿੱਦਾਂ ਵਿਵਸਥਾ ਹੋ ਜਾਏਗੀ ਜੇ ਰਾਸ਼ਟਰਪਤੀ ਸ਼ਾਸਨ ਲੱਗ ਜਾਂਦਾ ਪੰਜਾਬ ਦੇ ਵਿੱਚ ਬਾਕੀ ਸੂਬਿਆਂ ਦੇ ਨਾਲੋਂ? ਬਾਕੀ ਸੂਬਿਆਂ ਦੇ ਨਾਲ ਦੇਖੋ ਸਾਰੇ ਜਿਹੜੇ ਕਿ ਨੇ ਸਦਰਨ ਸਟੇਟਸ, ਉਹਨਾਂ 'ਤੇ ਇੰਨਾ ਅਸਰ, ਮਤਲਬ ਕਿ ਜੇ ਅਸੀਂ ਸਰਹੱਦੀ ਸੂਬੇ ਦੀ ਗੱਲ ਨਾਲ ਲਿੰਕ ਕਰੀਏ, ਉਹਨਾਂ 'ਤੇ ਇੰਨਾ ਨਹੀਂ ਅਸਰ ਹੋਏਗਾ। ਇੱਥੇ ਤਾਂ ਫਿਰ ਦੁਸ਼ਮਣ ਤਾਕਤ ਵਿੱਚ ਵੀ ਹੈਗਾ ਕਿ ਮਾਹੌਲ ਖ਼ਰਾਬ ਕਰਨ ਵਿੱਚ ਉਹਨਾਂ ਦੀਆਂ ਏਜੰਸੀਆਂ ਹੈਗੀਆਂ ਨੇ ਇੱਥੇ। ਨਾਲੇ ਫਿਰ ਸਾਡਾ ਤੇ ਧਿਆਨ ਉਸ ਵੇਲੇ ਪੰਜਾਬੀਆਂ ਨੇ, ਇਹ ਰਾਸ਼ਟਰਪਤੀ ਸ਼ਾਸਨ ਦੇ ਦਰਮਿਆਨ ਦੀ ਗੱਲ ਨਹੀਂ ਮੈਂ ਕਰਦਾ, ਮੈਂ ਇੱਥੇ ਜੰਗਾਂ ਜਿੰਨੀਆਂ ਲੜੀਆਂ ਨੇ ਪੰਜਾਬੀਆਂ ਨੇ ਕੰਧੇ ਨਾਲ ਕੰਧਾ ਮਿਲਾ ਕੇ ਫੌਜ ਦੇ ਨਾਲ ਦੁਸ਼ਮਣ ਮੁਕਾਬਲਾ ਕੀਤਾ। ਫਿਰ ਕੌਣ ਕਰੇਗਾ? ਜੇ ਨੌਜਵਾਨ ਹੀ ਫੜੇ ਗਏ ਤੁਸੀਂ ਨੌਜਵਾਨਾਂ ਨੂੰ, ਤੇ ਫਿਰ ਉਹ ਤੇ ਦੇਖੋ ਦੁਸ਼ਮਣ ਦੇ ਤੇ ਫਿਰ ਐਵੇਨਿਊਜ਼ ਬੜੇ ਓਪਨ ਹੁੰਦੇ ਨੇ। ਤੇ ਮੈਂ ਸਮਝਦਾ ਹਾਂ ਕਿ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਤੇ ਮੁਸ਼ਕਲ ਤੇ ਹੋ ਜਾਂਦਾ ਬਹੁਤ। ਫਿਰ ਸੁਣਵਾਈ ਕੋਈ ਨਹੀਂ ਨਾ, ਜਦੋਂ ਕੋਈ ਕਿਤੇ ਪ੍ਰੋਟੈਸਟ ਮੁਸ਼ਕਲ ਹੈ, ਦੂਜਾ ਹੈ ਕੋਈ, ਸੁਣਵਾਈ ਕਿੱਥੇ ਹੋਏਗੀ? ਕੌਣ ਸੁਣਵਾਈ ਕਰੇਗਾ? ਯਾਨੀ ਕਿ ਨਿਬੇੜ ਲੈਣਾ ਚਾਹੀਦਾ ਦੋਨਾਂ ਨੂੰ ਬੈਠ ਕੇ ਰਾਸ਼ਟਰਪਤੀ ਕੇ, ਜਿਹੜੇ ਦੋਨੋਂ ਧਿਰਾਂ, ਬਲਕਿ ਮੈਂ ਤੇ ਕਹਿਣਾ ਬਾਕੀ ਸਿਆਸੀ ਪਾਰਟੀਆਂ ਚਾਹੀਦਾ ਸਰਬਸੰਮਤੀ ਨਾਲ ਕੋਈ ਫੈਸਲਾ ਲੈਣ। ਇਹ 'ਚ ਕੋਈ ਸ਼ੱਕ ਨਹੀਂ, ਦੋਵਾਂ ਧਿਰਾਂ ਦੇ ਵਿੱਚ ਕੋਈ ਨਾ ਕੋਈ ਨੁਕਸ ਹੈਗੇ ਨੇ। ਇਹ ਨਹੀਂ ਕੋਈ ਇੱਕ ਦੁੱਧ ਪੀਤਾ ਹੁੰਦਾ ਤੇ ਦੂਸਰਾ ਨਹੀਂ ਹੈ। ਮਗਰ ਇਹ ਫਿਰ ਹੁਣ ਬਾਅਦ 'ਚ ਪਛਤਾਣਗੇ ਸਿਆਸੀ ਪਾਰਟੀਆਂ। ਹੁਣ ਇਕਜੁੱਟ ਕੇ ਫੈਸਲਾ ਕਰਨ ਕਿ ਕਿਹੜੇ ਪਾਸੇ ਚੱਲਣਾ। ਬਾਅਦ 'ਚ ਕਹਿ ਦੇਣਗੇ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਗਿਆ ਪੰਜਾਬ ਦੇ ਵਿੱਚ, ਫਿਰ ਤੜਫਣਗੇ। ਹੁਣ ਕਰ ਲੈਣ ਗੱਲ ਜਿਹੜੀ ਕਰਨੀ ਹੈ। ਯੈਸ, ਇੱਕ ਪਾਰਟੀ ਨੇ ਕਿਹਾ ਕਿ ਬਈ ਉਹਨੂੰ ਮਿਲ ਜੁਲ ਕੇ ਖਤਾਂ ਜਵਾਬ ਦੇਣਾ ਚਾਹੀਦਾ, ਬਿਲਕੁਲ ਠੀਕ ਹੈ।
ਪਰ ਉਹਦੀ ਆਪਣੀ ਉਹਨੂੰ ਮਿਲ ਜੁਲ ਕੇ ਮੈਂ ਗੱਲ ਕਰ ਚੁੱਕਿਆ ਆਪਣੀ ਇਹ ਤਾਲਮੇਲ ਦਾ ਗੱਲਾਂ ਹੁੰਦੀਆਂ ਨੇ ਚੀਫ ਮਿਨਿਸਟਰ ਤੇ ਗਵਰਨਰ ਦੇ ਵਿੱਚ ਇੱਕ ਦੂਜੇ ਨਾਲ ਤਾਲਮੇਲ ਹੋਣਾ ਚਾਹੀਦਾ ਬੈਠ ਕੇ ਸੁਝਾਓ ਦੇ ਕੇ ਇੱਕ ਦੂਜੇ ਆਕੜ ਨਾਲ ਕੁਝ ਨਹੀਂ ਬਣਨਾ। ਤੁਸੀਂ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਬ੍ਰਿਗੇਡੀਅਰ ਕੁਲਦੀਪ ਸਿੰਘ, ਰਿਟਾਇਰ ਨੇ, ਬਖੂਬੀ ਜਾਣਦੇ ਨੇ ਜਦੋਂ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲੱਗਿਆ ਸੀ ਜਾਂ ਬਾਕੀ ਸੂਬਿਆਂ ਦੇ ਵਿੱਚ ਲੱਗਿਆ ਸੀ ਤਾਂ ਫੌਜ ਕਿਵੇਂ ਉੱਥੇ ਐਕਟਿਵ ਹੁੰਦੀ ਹੈ ਤੇ ਜਿੰਨੇ ਵੀ ਧਰਨੇ ਜਾਂ ਪ੍ਰੋਟੈਸਟ ਹੋਣਗੇ ਜਾਂ ਕੋਈ ਵੀ ਵਾਇਲੈਂਸ ਹੋਏਗਾ ਸਿੱਧਾ ਫੌਜ ਦੇ ਹੱਥਾਂ ਵਿੱਚ ਚਲਾ ਜਾਂਦਾ ਤੇ ਫੌਜ ਦੇ ਆਪਣੇ ਹੀ ਉੱਥੇ ਰੂਲ ਹੁੰਦੇ ਨੇ। ਕੋਈ MP ਨਹੀਂ, ਕੋਈ CM ਨਹੀਂ, ਸਭ ਦੀਆਂ ਪਾਵਰਾਂ ਲੈ ਲਈਆਂ ਜਾਂਦੀਆਂ ਨੇ।